ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਇਸ ਵੀਡੀਓ ਵਿੱਚ ਆਪ ਸੰਗਤਾਂ ਦੇ ਨਾਲ ਦਾਸ ਸਿੱਖ ਪੰਥ ਦੇ ਉਹ ਮਹਾਨ ਸ਼ਹੀਦ ਦਾ ਜ਼ਿਕਰ ਕਰੇਗਾ, ਜਿਸ ਨੂੰ ਇਤਿਹਾਸ ਦੇ ਸੁਨਹਿਰੀ ਅੱਖਰਾਂ ਵਿੱਚ ਭਾਈ ਊਧਮ ਸਿੰਘ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਸੀ, ਅਤੇ ਜਿਸ ਨੇ ਇਸ ਭਾਰਤ ਲਈ ਅਤੇ ਸਿੱਖ ਪੰਥ ਦੇ ਸਿਰ ਉੱਚਾ ਕਰਨ ਦੇ ਲਈ ਆਪਣੇ ਸਰੀਰ ਨੂੰ ਕੁਰਬਾਨ ਕਰ ਦਿੱਤਾ। ਆਓ ਹੁਣ ਆਪ ਸੰਗਤਾਂ ਦੇ ਨਾਲ ਭਾਈ ਸਾਹਿਬ ਦੇ ਜੀਵਨ ਬਾਰੇ ਸਾਂਝ ਪਾਈਏ। ਭਾਈ ਊਧਮ ਸਿੰਘ ਦਾ ਜਨਮ 26 ਦਸੰਬਰ 1899 ਈਸਵੀ ਨੂੰ ਸੰਗਰੂਰ ਜ਼ਿਲ੍ਹੇ ਵਿੱਚ ਹੋਇਆ। 13 ਅਪ੍ਰੈਲ 1919 ਵਿੱਚ ਸਿੱਖ ਪੰਥ ਤੇ ਕੁਝ ਹੋਰ ਧਰਮਾਂ ਦੇ ਲੋਕ ਅੰਮ੍ਰਿਤਸਰ ਵਿੱਚ ਵਿਸਾਖੀ ਮਨਾ ਰਹੇ ਸਨ, ਅਤੇ ਜਲ੍ਹਿਆਂਵਾਲੇ ਬਾਗ ਵਿੱਚ ਸੰਗਤਾਂ ਦਾ ਬਹੁਤ ਭਾਰੀ ਇਕੱਠ ਸੀ, ਅਤੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਤਕਰੀਰਾਂ ਹੋ ਰਹੀਆਂ ਸਨ, ਅਤੇ ਜਨਰਲ ਡਾਇਰ ਨੇ ਜਲ੍ਹਿਆਂਵਾਲੇ ਬਾਗ ਨੂੰ ਘੇਰਾ ਪਾ ਲਿਆ, ਅਤੇ ਡਾਇਰ ਨੇ ਬੇਦੋਸ਼ੀਆਂ 'ਤੇ ਗੋਲੀਆਂ ਚਲਾ ਦਿੱਤੀਆਂ, ਜਿਨ੍ਹਾਂ ਪਾਸ ਨਾ ਕੋਈ ਬੰਦੂਕ ਸੀ ਨਾ ਕੋਈ ਬੰਬ ਸੀ, ਭਾਵ ਕੋਈ ਵੀ ਮਾਰੂ ਹਥਿਆਰ ਨਹੀਂ ਸੀ। ਡਾਇਰ ਨੇ ਬਿਨਾਂ ਕਿਸੇ ਚੇਤਾਵਨੀ 'ਤੇ 20,000 ਦੇ ਇਕੱਠ 'ਤੇ ਗੋਲੀਆਂ ਚਲਾ ਦਿੱਤੀਆਂ, ਅਤੇ ਪੂਰੇ 18 ਮਿੰਟ ਗੋਲੀਆਂ ਚੱਲੀਆਂ, ਜਿਸ ਵਿੱਚ 2,000 ਤੋਂ ਲਗਭਗ ਤਾਂ ਪਹਿਲਾਂ ਹੀ ਸ਼ਹੀਦ ਹੋ ਗਏ ਸਨ, ਅਤੇ ਹਜ਼ਾਰਾਂ ਹੀ ਦੌੜ ਭੱਜ ਦੇ ਵਿੱਚ ਮਾਰੇ ਗਏ। ਅਤੇ ਜਲ੍ਹਿਆਂਵਾਲੇ ਬਾਗ ਵਿੱਚ ਜੋ ਖੂਹ ਹੈ, ਹਜ਼ਾਰਾਂ ਨੇ ਉੱਥੇ ਛਾਲਾਂ ਮਾਰ ਦਿੱਤੀਆਂ ਕਿ ਸ਼ਾਇਦ ਸਾਡੀ ਜਾਨ ਬਚ ਜਾਵੇਗੀ, ਪਰ ਜਦ ਛਾਲਾਂ ਮਾਰੀਆਂ ਸੰਗਤ ਜੀ, ਹਜ਼ਾਰਾਂ ਹੀ ਲੋਕ ਖੂਹ ਵਿੱਚ ਡਿੱਗ ਕੇ ਮਰ ਗਏ, ਅਤੇ ਇਸ ਖੂਨੀ ਸਾਕੇ ਵਿੱਚ ਸਭ ਤੋਂ ਵੱਧ ਸਿੱਖਾਂ ਦਾ ਨੁਕਸਾਨ ਹੋਇਆ, ਕਿਉਂਕਿ ਬਾਕੀ ਕੌਮਾਂ ਦੀ ਮੌਜੂਦਗੀ ਬਹੁਤ ਘੱਟ ਸੀ, ਅਤੇ ਉਸ ਸਮੇਂ ਸਿੱਖ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਵਿਸਾਖੀ ਦਾ ਦਿਹਾੜਾ ਮਨਾ ਰਹੀਆਂ ਸਨ। ਅਤੇ ਆਪ ਸੰਗਤ ਜੀ ਇਹ ਸਾਰੇ ਹਾਲਾਤ ਭਾਈ ਊਧਮ ਸਿੰਘ ਨੇ ਵੇਖੇ, ਜਿਨ੍ਹਾਂ ਦੀ ਉਮਰ ਕੇਵਲ ਉਸ ਸਮੇਂ 20 ਕੁ ਸਾਲ ਦੀ ਸੀ, ਅਤੇ ਭਾਈ ਊਧਮ ਸਿੰਘ ਦੇ ਮਨ ਵਿੱਚ ਇਹੀ ਸੰਕਲਪ ਆ ਰਿਹਾ ਸੀ, ਜਿਸ ਡਾਇਰ ਨੇ ਬੇਦੋਸ਼ੇ ਦਾ ਖੂਨ ਪੀਤਾ ਹੈ, ਇਸ ਡਾਇਰ ਨੂੰ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਸੋਧਾਂਗਾ। ਅਤੇ ਭਾਈ ਸਾਹਿਬ ਨੇ ਉਸ ਸਮੇਂ ਤੋਂ ਆਪਣੇ ਜੀਵਨ ਦਾ ਇੱਕ ਨਿਸ਼ਾਨਾ ਬਣਾਇਆ ਕਿ ਬਸ ਮੈਂ ਇਸ ਡਾਇਰ ਨੂੰ ਆਪਣੀ ਜ਼ਿੰਦਗੀ ਵਿੱਚ ਮਾਰਨਾ ਹੈ, ਅਤੇ ਇਸ ਤੋਂ ਬਦਲਾ ਲੈਣਾ ਹੈ। ਜਦ ਜਲ੍ਹਿਆਂਵਾਲੇ ਬਾਗ ਵਿੱਚੋਂ ਗੋਲੀਆਂ ਚੱਲਣੀਆਂ ਬੰਦ ਹੋ ਗਈਆਂ, ਤਾਂ ਭਾਈ ਊਧਮ ਸਿੰਘ ਜੀ ਨੇ ਕੁਝ ਹੋਰ ਸਿੰਘਾਂ ਦੇ ਨਾਲ ਰਲ ਕੇ ਲਾਸ਼ਾਂ ਨੂੰ ਬਾਹਰ ਲਿਆਉਣ ਦੀ ਸੇਵਾ ਨਿਭਾਈ, ਅਤੇ ਜ਼ਖਮੀਆਂ ਨੂੰ ਜਲ ਛਕਾਇਆ। ਅਤੇ ਜਦ ਭਾਈ ਊਧਮ ਸਿੰਘ ਜੀ ਥੋੜ੍ਹੇ ਹੋਰ ਵੱਡੇ ਹੋਏ, ਤਾਂ ਸਾਹਮਣੇ ਆਰਥਿਕ ਤੰਗੀਆਂ ਆਈਆਂ, ਅਤੇ ਭਾਈ ਸਾਹਿਬ ਦਾ ਇੱਕੋ ਇੱਕ ਮਿਸ਼ਨ ਸੀ, ਮੈਨੂੰ ਡਾਇਰ ਦੇ ਮਰਨ ਤੱਕ ਜਿਉਂਦਾ ਰਹਿਣਾ ਹੈ। ਅਤੇ ਭਾਈ ਸਾਹਿਬ ਨੇ ਕਈ ਤਰ੍ਹਾਂ ਦੇ ਛੋਟੇ ਛੋਟੇ ਕੰਮ ਕਰਨੇ ਸ਼ੁਰੂ ਕਰ ਦਿੱਤੇ, ਅਤੇ ਕੁਝ ਪੈਸੇ ਇਹ ਛੋਟੇ ਛੋਟੇ ਕੰਮਾਂ ਕਰਕੇ ਜਮ੍ਹਾਂ ਕਰ ਲਏ, ਅਤੇ ਭਾਈ ਸਾਹਿਬ ਜੀ ਲੰਡਨ ਚਲੇ ਗਏ, ਕਿਉਂਕਿ ਅੰਗਰੇਜ਼ ਸਰਕਾਰ ਨੇ ਇਸ ਹੱਤਿਆ ਕਾਂਡ ਤੋਂ ਬਾਅਦ ਜਨਰਲ ਡਾਇਰ ਦੀ ਲੰਡਨ ਦੀ ਬਦਲੀ ਕਰ ਦਿੱਤੀ ਸੀ ਕਿ ਸ਼ਾਇਦ ਕੋਈ ਭਾਰਤੀ ਇਸ ਨੂੰ ਮਾਰ ਨਾ ਦੇਵੇ। ਪਰ ਗੋਰਿਆਂ ਨੂੰ ਕੀ ਪਤਾ ਇਹ ਕਿਹੜੀ ਕੌਮ ਦੇ ਵਾਰਸ ਦੇ ਨਾਲ ਪੰਗਾ ਪਿਆ ਹੈ। ਇਹ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਨ, ਕਦੇ ਵੀ ਚੜ੍ਹ ਕੇ ਆਏ ਦਾ ਲਿਹਾਜ਼ ਨਹੀਂ ਕਰਦੇ। ਖੈਰ ਖਾਲਸਾ ਜੀ ਡਾਇਰ ਦੀ ਤਲਾਸ਼ ਵਿੱਚ ਭਾਈ ਊਧਮ ਸਿੰਘ ਜੀ ਲੰਡਨ ਪਹੁੰਚ ਗਏ, ਅਤੇ ਲੰਡਨ ਪਹੁੰਚ ਕੇ ਭਾਈ ਸਾਹਿਬ ਦੇ ਕੋਲ ਪੈਸੇ ਖਤਮ ਹੋ ਗਏ। ਫਿਰ ਭਾਈ ਸਾਹਿਬ ਨੇ ਹੋਟਲ ਦੇ ਵਿੱਚ ਨੌਕਰੀ ਕੀਤੀ, ਅਤੇ ਕਈ ਮਹੀਨੇ ਇਹ ਕੰਮ ਕਰਨ ਤੋਂ ਬਾਅਦ ਕੁਝ ਪੈਸੇ ਕਮਾਏ, ਅਤੇ ਭਾਈ ਸਾਹਿਬ ਨੇ ਫਿਰ ਇੱਕ ਰਿਵਾਲਵਰ ਖਰੀਦਿਆ, ਅਤੇ ਡਾਇਰ ਦੀ ਭਾਲ ਵਿੱਚ ਜੁਟ ਗਏ। ਅਤੇ ਇੱਕ ਦਿਨ ਭਾਲ ਕਰਦੇ ਕਰਦੇ ਭਾਈ ਸਾਹਿਬ ਨੂੰ ਡਾਇਰ ਮਿਲ ਗਿਆ, ਅਤੇ ਭਾਈ ਸਾਹਿਬ ਦਾ ਰਿਵਾਲਵਰ ਵੀ ਗੋਲੀਆਂ ਦੇ ਨਾਲ ਭਰਿਆ ਹੋਇਆ ਸੀ। ਫਿਰ ਭਾਈ ਸਾਹਿਬ ਦੇ ਮਨ ਵਿੱਚ ਵਿਚਾਰ ਆਇਆ ਕਿ ਇਸ ਨੂੰ ਇਸ ਤਰ੍ਹਾਂ ਇਕੱਲੇ ਨੂੰ ਨਹੀਂ ਮਾਰਨਾ,
ਜਿਸ ਤਰ੍ਹਾਂ ਇਸ ਨੇ ਅੰਮ੍ਰਿਤਸਰ ਵਿੱਚ ਲੋਕਾਂ ਦੇ ਇਕੱਠ 'ਤੇ ਗੋਲੀਆਂ ਚਲਾਈਆਂ, ਮੈਂ ਵੀ ਇਸ ਨੂੰ ਇਕੱਠ ਦੇ ਵਿੱਚ ਹੀ ਮਾਰਾਂਗਾ। ਅਤੇ ਭਾਈ ਸਾਹਿਬ ਨੇ ਉਸ ਦਿਨ ਇਸ 'ਤੇ ਗੋਲੀ ਨਹੀਂ ਚਲਾਈ। ਅਤੇ ਉਸ ਤੋਂ ਬਾਅਦ ਅੰਗਰੇਜ਼ਾਂ ਦੀ ਸਰਕਾਰ ਨੇ ਬਹੁਤ ਵੱਡਾ ਇਸ ਦੇ ਸਨਮਾਨ ਵਿੱਚ ਫੰਕਸ਼ਨ ਕੀਤਾ। ਲੰਡਨ ਵਿੱਚ ਉਹ ਆਖਦੇ ਸੀ, ਇਸ ਨੇ ਬਹੁਤ ਬਹਾਦਰੀ ਦਾ ਕੰਮ ਕੀਤਾ ਹੈ ਕਿ ਇਸ ਨੇ ਭਾਰਤ ਦੇ 2000 ਬੰਦੇ ਮਾਰ ਦਿੱਤੇ। ਅਤੇ ਜਨਰਲ ਡਾਇਰ ਦੇ ਸਨਮਾਨ ਵਿੱਚ ਉਸ ਫੰਕਸ਼ਨ ਵਿੱਚ ਗੀਤ ਗਾਏ ਜਾ ਰਹੇ ਸੀ ਅਤੇ ਇਸ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਸੀ। ਅਤੇ ਖਾਲਸਾ ਜੀ ਉਸ ਇਕੱਠ ਵਿੱਚ ਭਾਈ ਊਧਮ ਸਿੰਘ ਜੀ ਬੈਠੇ ਹੋਏ ਸਨ ਅਤੇ ਇਹ ਗੱਲਾਂ ਭਾਈ ਸਾਹਿਬ ਦੇ ਤੀਰ ਵਾਂਗ ਚੁੱਭ ਰਹੀਆਂ ਸਨ। ਫਿਰ ਭਾਈ ਸਾਹਿਬ ਚੁੱਪਚਾਪ ਉੱਠੇ, ਸਟੇਜ ਤੱਕ ਆਏ ਅਤੇ ਖਾਲਸਾ ਜੀ ਗੋਲੀਆਂ ਦੇ ਨਾਲ ਇਸ ਪਾਪੀ ਦੀ ਭਾਈ ਸਾਹਿਬ ਨੇ ਛਾਤੀ ਬਿੰਨ੍ਹ ਦਿੱਤੀ। ਅਤੇ ਜਦ ਭਾਈ ਸਾਹਿਬ ਨੇ ਡਾਇਰ ਨੂੰ ਗੱਡੀ ਚੜ੍ਹਾ ਦਿੱਤਾ ਤਾਂ ਇੱਕ ਪੁਲਿਸ ਅਫਸਰ ਦਰਵਾਜ਼ੇ 'ਤੇ ਖੜ੍ਹਾ ਸੀ, ਤਾਂ ਉਹ ਕੰਬ ਉੱਠਿਆ, ਉਸਦਾ ਜਿਗਰਾ ਨਾ ਪਵੇ ਕਿ ਮੈਂ ਇਸ ਨੂੰ ਫੜ ਲਵਾਂ। ਅਤੇ ਭਾਈ ਸਾਹਿਬ ਨੇ ਉਸ ਨੂੰ ਆਖਿਆ, ਮੇਰਾ ਕੰਮ ਹੋ ਗਿਆ ਹੈ, ਹੁਣ ਤੂੰ ਮੈਨੂੰ ਫੜ ਲੈ। ਅਤੇ ਅਫਸਰ ਇੰਨਾ ਡਰ ਚੁੱਕਾ ਸੀ, ਉਹ ਅੱਗੇ ਹੀ ਆ ਨਾ ਸਕਿਆ। ਫਿਰ ਭਾਈ ਸਾਹਿਬ ਨੇ ਆਪਣਾ ਰਿਵਾਲਵਰ ਥੱਲੇ ਸੁੱਟ ਕੇ ਆਖਿਆ, ਹੁਣ ਤਾਂ ਮੈਨੂੰ ਫੜ ਲੈ, ਮੈਂ ਆਪਣਾ ਆਪ ਨੂੰ ਤੇਰੇ ਸਮਰਪਣ ਕਰਦਾ ਹਾਂ। ਅਤੇ ਡਰਦੇ ਉਸ ਪੁਲਿਸ ਅਫਸਰ ਨੇ ਭਾਈ ਸਾਹਿਬ ਨੂੰ ਹੱਥਕੜੀ ਲਗਾਈ। ਅਤੇ ਫਿਰ ਭਾਈ ਸਾਹਿਬ ਊਧਮ ਸਿੰਘ ਜੀ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਅਤੇ ਜੱਜ ਨੇ ਸਭ ਤੋਂ ਪਹਿਲਾਂ ਇਹ ਸਵਾਲ ਪੁੱਛਿਆ ਕਿ ਊਧਮ ਸਿੰਘ, ਤੂੰ ਚਾਹੁੰਦਾ ਤਾਂ ਡਾਇਰ ਦਾ ਕਤਲ ਕਰਨ ਪਿੱਛੋਂ ਤੂੰ ਭੱਜ ਸਕਦਾ ਸੀ। ਤਾਂ ਭਾਈ ਸਾਹਿਬ ਨੇ ਕਿਹਾ, ਜੱਜ ਸਾਹਿਬ, ਜਿਹੜੀ ਕੌਮ ਦੇ ਵਿੱਚ ਮੈਂ ਪੈਦਾ ਹੋਇਆ ਹਾਂ, ਉਹ ਕੌਮ ਦੇ ਵਾਰਸ ਪਿੱਠ ਦਿਖਾ ਕੇ ਭੱਜਣਾ ਨਹੀਂ ਜਾਣਦੇ। ਜੱਜ ਨੇ ਫਿਰ ਦੂਜਾ ਪ੍ਰਸ਼ੰਸਾ ਕੀਤੀ, ਊਧਮ ਸਿੰਘ, ਜੇ ਤੂੰ ਭੱਜ ਜਾਂਦਾ ਤਾਂ ਭਾਰਤ ਜਾ ਕੇ ਸੈਂਕੜੇ ਹੋਰ ਊਧਮ ਸਿੰਘ ਪੈਦਾ ਕਰ ਸਕਦਾ ਸੀ। ਤਾਂ ਭਾਈ ਸਾਹਿਬ ਨੇ ਜਵਾਬ ਦਿੱਤਾ, ਜੱਜ ਸਾਹਿਬ, ਜਦੋਂ ਤੁਸੀਂ ਮੈਨੂੰ ਫਾਂਸੀ 'ਤੇ ਲਾ ਦੇਵੋਗੇ ਤਾਂ ਮੇਰੇ ਵਰਗੇ ਸੈਂਕੜੇ ਨਹੀਂ, ਉਸ ਦਿਨ 10,000 ਊਧਮ ਸਿੰਘ ਪੈਦਾ ਹੋਣਗੇ, ਕਿਉਂਕਿ ਸ਼ਹੀਦ ਦਾ ਖੂਨ ਕਦੇ ਅਜਾਇਆ ਨਹੀਂ ਜਾਂਦਾ। ਖਾਲਸਾ ਜੀ, ਸ਼ਹੀਦ ਸ਼ਬਦ ਪੰਜਾਬੀ ਦਾ ਸ਼ਬਦ ਨਹੀਂ ਹੈ, ਇਹ ਫਾਰਸੀ ਦਾ ਸ਼ਬਦ ਹੈ, ਪਰ ਇਸ ਨੂੰ ਚਾਰ ਚੰਦ ਇਸ ਸ਼ਬਦ ਨੂੰ ਸਿੱਖਾਂ ਨੇ ਹੀ ਲਾਏ ਹਨ, ਹੋਰ ਕੋਈ ਕੌਮ ਨਹੀਂ ਲਗਾ ਸਕੀ। ਖੈਰ, ਭਾਈ ਸਾਹਿਬ ਨੇ ਜੱਜ ਨੇ ਫਾਂਸੀ ਦਾ ਹੁਕਮ ਦੇ ਦਿੱਤਾ। ਅਤੇ ਜਦ ਭਾਈ ਸਾਹਿਬ ਨੂੰ ਫਾਂਸੀ ਲਗਾਉਣ ਸੀ, ਉਸ ਦਿਨ ਭਾਈ ਸਾਹਿਬ ਨੇ ਆਖਿਆ, ਮੈਨੂੰ ਕਿਸੇ ਜਲਾਦ ਦੀ ਲੋੜ ਨਹੀਂ। ਜੇਲ੍ਹ ਦੀ ਰਿਪੋਰਟਰ ਦੱਸਦੀ ਹੈ ਕਿ ਉਸ ਦਿਨ ਭਾਈ ਸਾਹਿਬ ਨੇ ਸਾਰੇ ਜਲਾਦਾਂ ਨੂੰ ਪਿੱਛੇ ਹਟਾ ਦਿੱਤਾ ਅਤੇ ਅੰਗਰੇਜ਼ ਦਾ ਕਾਨੂੰਨ ਹੈ ਕਿ ਕਾਲਾ ਨਕਾਬ ਚਾੜ੍ਹ ਕੇ ਫਾਂਸੀ ਦੇਣੀ ਹੈ। ਤਾਂ ਭਾਈ ਸਾਹਿਬ ਬੜੇ ਆਰਾਮ ਦੇ ਨਾਲ ਨਕਾਬ ਤੋਂ ਬਿਨਾਂ ਅੱਗੇ ਵਧੇ ਅਤੇ ਰੱਸਾ ਆਪਣੇ ਗਲ ਵਿੱਚ ਪਾ ਲਿਆ ਅਤੇ ਸ਼ਹੀਦੀ ਦਾ ਜਾਮ ਪੀ ਗਏ। ਇਸੇ ਤਰ੍ਹਾਂ ਹੀ ਨਕਾਬ ਤੋਂ ਬਿਨਾਂ ਭਾਈ ਜਿੰਦਾ ਅਤੇ ਸੁੱਖਾ ਸ਼ਹੀਦ ਹੋਏ ਸੀ। ਸੋ ਪਿਆਰਿਓ, ਬੇਨਤੀ ਹੈ, ਵੀਡੀਓ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਵੱਧ ਤੋਂ ਵੱਧ ਵੀਰ ਭੈਣਾਂ ਨੂੰ ਭਾਈ ਸਾਹਿਬ ਦੇ ਜੀਵਨ ਬਾਰੇ ਪਤਾ ਚੱਲ ਸਕੇ, ਕਿਉਂਕਿ ਇਹ ਸਾਡੀ ਕੌਮ ਪੰਜਾਬੀਆਂ ਦਾ ਅਨਮੋਲ ਹੀਰਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।